ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਹੋ ਤੁਸੀਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਹੈਡਲਾਈਨਸ ਦੇ ਨਾਲ ਕਰਾਂਗੇ। ਹਦਾਇਤਾਂ ਹਟਣ ਮਗਰੋਂ ਵੀ ਸੰਘਰਸ਼ ਕਰ ਰਹੇ ਨੇ ਕਈ ਵਪਾਰ। ਛੋਟੇ ਵਪਾਰਾਂ ਲਈ ਮਦਦ ਜਾਰੀ ਰੱਖਣ ਵਾਸਤੇ ਕੈਨੇਡਾ ਸਰਕਾਰ ਨੂੰ ਗੁਹਾਰ। ਦੱਸਾਂਗੇ ਕੀ ਹੈ ਪੂਰਾ ਮਾਮਲਾ। ਓਨਟਾਰੀਓ ਪੁਲਿਸ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਦਿੱਤੀ ਚੇਤਾਵਨੀ, ਸਟਾਪ ਸਾਈਨ ਦੇ ਉੱਤੇ ਹਰ ਡਰਾਈਵਰ ਜ਼ਰੂਰ ਰੁਕੇ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਜੋ ਕਿਊਬੈਕ 'ਚ ਫਾਈਲਾਂ ਲਗਾਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਜਾਣਕਾਰੀ ਦਿੱਤੀ ਹੈ, ਉਸ ਦੇ ਬਾਰੇ ਪੂਰੀ ਤਰ੍ਹਾਂ ਦੱਸਾਂਗੇ। ਕੈਨੇਡਾ ਭਰ ਵਿੱਚ ਬੱਚਿਆਂ ਨੂੰ ਮਦਦ ਦੇਣ ਦੇ ਲਈ ਜੋ ਮਾਪਿਆਂ ਨੂੰ ਭੇਜੇ ਜਾਂਦੇ ਨੇ ਪੈਸੇ, ਇਸ ਪ੍ਰੋਗਰਾਮ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਕਿਹਾ, ਇਹ ਦੱਸਾਂਗੇ। ਕੈਨੇਡਾ ਨੇ ਭਾਰਤ ਤੋਂ ਫਲਾਈਟਾਂ ਦੇ ਉੱਤੇ ਜੋ ਇੱਕ ਹੋਰ ਮਹੀਨੇ ਲਈ ਰੋਕ ਲਗਾਈ ਹੈ। ਭਾਰਤ ਵਿੱਚ ਬੈਠੇ ਕੈਨੇਡਾ ਵਾਸੀ ਨਾਰਾਜ਼। ਜਾਲੀ ਵਿਆਹ ਤੇ ਹੋਰ ਫਰਾਡ ਦੇ ਰਾਹੀਂ ਕੈਨੇਡਾ ਆਉਣ ਦੇ ਤਰੀਕੇ ਵਰਤਣ ਵਾਲਿਆਂ ਦੇ ਲਈ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚਿਨੋ ਨੇ ਕੀ ਕਿਹਾ, ਇਹ ਵੀ ਦੱਸਾਂਗੇ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨੈਸਿਸ ਇਹ ਇੱਕ ਸੰਸਥਾ ਹੈ ਜਿਨ੍ਹਾਂ ਦੇ ਵੱਲੋਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਛੋਟੇ ਵਪਾਰੀਆਂ ਦੀ ਮਦਦ ਦੇ ਵਾਸਤੇ ਜੋ ਵੇਜ ਸਬਸਿਡੀ ਪ੍ਰੋਗਰਾਮ ਤੇ ਰੈਂਟ ਸਬਸਿਡੀ ਪ੍ਰੋਗਰਾਮ ਸ਼ੁਰੂ ਕੀਤੇ ਗਏ, ਉਹਨਾਂ ਨੂੰ ਹਜੇ ਬੰਦ ਨਾ ਕੀਤਾ ਜਾਵੇ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਅੰਕੜੇ ਵੀ ਦੱਸੇ ਗਏ ਨੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਛੋਟੇ ਵਪਾਰ ਹਜੇ ਅਜਿਹੇ ਨੇ ਜਿਹੜੇ ਕਿ ਮਹਾਮਾਰੀ ਦੇ ਦੌਰਾਨ ਹੋਏ ਨੁਕਸਾਨ ਦੇ ਵਿੱਚੋਂ ਉੱਭਰ ਨਹੀਂ ਸਕੇ। ਤੇ ਇਸ ਦੇ ਨਾਲ ਹੀ ਇਹ ਵੀ ਉੱਥੇ ਜਾਣਕਾਰੀ ਦਿੱਤੀ ਗਈ ਹੈ ਕਿ 60% ਤੋਂ ਵੱਧ ਅਜਿਹੇ ਵਪਾਰ ਨੇ ਜਿਹੜੇ ਕਿ ਹਜੇ ਆਮ ਵਰਗੀ ਕਮਾਈ ਨਹੀਂ ਕਰਨ ਲੱਗੇ ਨੇ ਜੋ ਉਹ ਮਹਾਮਾਰੀ ਤੋਂ ਪਹਿਲਾਂ ਕਰਦੇ ਸੀ, ਤੇ ਸਿਰਫ 70% ਦੇ ਕਰੀਬ ਅਜਿਹੇ ਵਪਾਰ ਨੇ ਜਿਹੜੇ ਕਿ ਹਜੇ ਪੂਰੀ ਤਰ੍ਹਾਂ ਖੁੱਲ੍ਹ ਵੀ ਸਕੇ ਨੇ। ਇਸ ਦੇ ਨਾਲ ਹੀ ਸਰਕਾਰ ਤੋਂ ਜੋ ਇਹ ਮੰਗ ਕੀਤੀ ਗਈ ਹੈ ਉਸ ਨੂੰ ਲੈ ਕੇ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ। ਜੇਕਰ ਤੁਸੀਂ ਵੀ ਉਸ ਪਟੀਸ਼ਨ ਦੇ ਉੱਤੇ ਦਸਤਖਤ ਕਰਨੇ ਨੇ ਤਾਂ ਉਸ ਦਾ ਲਿੰਕ ਅਸੀਂ ਕਮੈਂਟ ਬਾਕਸ ਦੇ ਵਿੱਚ ਸਾਂਝਾ ਵੀ ਕਰ ਰਹੇ ਹਾਂ। ਤੁਸੀਂ ਉੱਥੇ ਲਿੰਕ ਦੇ ਉੱਤੇ ਕਲਿੱਕ ਕਰਕੇ ਅੱਗੇ ਪਟੀਸ਼ਨ ਦੇ ਉੱਤੇ ਦਸਤਖਤ ਕਰ ਸਕਦੇ ਹੋ। ਦਰਅਸਲ ਵੇਜ ਸਬਸਿਡੀ ਪ੍ਰੋਗਰਾਮ ਤੇ ਰੈਂਟ ਸਬਸਿਡੀ ਪ੍ਰੋਗਰਾਮ ਕੋਵਿਡ-19 ਦੀ ਮਹਾਮਾਰੀ ਦੌਰਾਨ ਵਪਾਰੀਆਂ ਦੀ ਮਦਦ ਦੇ ਵਾਸਤੇ ਸ਼ੁਰੂ ਕੀਤੇ ਗਏ। ਵੇਜ ਸਬਸਿਡੀ ਪ੍ਰੋਗਰਾਮ ਉਹ ਹੈ ਜਿਸ ਦੇ ਵਿੱਚ 75% ਤੱਕ ਕਾਮਿਆਂ ਦੀ ਤਨਖਾਹ ਦੇ ਵਿੱਚ ਮਦਦ ਸਰਕਾਰ ਦੇ ਵੱਲੋਂ ਕੀਤੇ ਜਾਣ ਦੇ ਬਾਰੇ ਵਾਅਦਾ ਕੀਤਾ ਗਿਆ। ਰੈਂਟ ਸਬਸਿਡੀ ਪ੍ਰੋਗਰਾਮ ਉਹ ਹੈ ਜਿਸ ਦੇ ਵਿੱਚ ਕਿਰਾਏ 'ਚ ਮਦਦ ਵਾਸਤੇ ਜਿਹੜੇ ਕਿ ਵਪਾਰ ਜਿਹੜੀਆਂ ਥਾਵਾਂ ਦੇ ਉੱਤੇ ਖੁੱਲ੍ਹੇ ਹੋਏ ਨੇ ਉਹਨਾਂ ਥਾਵਾਂ ਦੇ ਕਿਰਾਏ ਦੇ ਵਿੱਚ ਸਰਕਾਰ ਵੱਲੋਂ ਸਿੱਧੀ ਮਾਲਕਾਂ ਨੂੰ, ਜਿਹੜੇ ਵਪਾਰ ਦੇ ਮਾਲਕ ਨੇ, ਮਦਦ ਪਹੁੰਚਾਈ ਜਾਂਦੀ ਹੈ। ਕੁਝ ਇਸ ਤਰ੍ਹਾਂ ਹੀ ਮਦਦ ਦਿੱਤੀ ਗਈ। ਇਸ ਦੇ ਨਾਲ ਹੀ ਇਹ ਮਦਦ ਹੋਰ ਵੀ ਜ਼ਿਆਦਾ ਉਹਨਾਂ ਵਪਾਰਾਂ ਨੂੰ ਦਿੱਤੀ ਗਈ ਜਿਹੜੀਆਂ ਥਾਵਾਂ ਦੇ ਉੱਤੇ ਪੂਰੀ ਤਰ੍ਹਾਂ ਲਾਕਡਾਊਨ ਲੱਗ ਗਿਆ ਸੀ। ਇਸ ਸਮੇਂ ਹਦਾਇਤਾਂ ਹਟਾਈਆਂ ਜਾ ਰਹੀਆਂ ਨੇ, ਵਪਾਰ ਮੁੜ ਤੋਂ ਲੀਹ ਦੇ ਉੱਤੇ ਆ ਰਹੇ ਨੇ, ਪਰ ਫਿਰ ਵੀ ਵਪਾਰਾਂ ਦੀ ਜੋ ਇਹ ਸੰਸਥਾ ਹੈ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਛੋਟੇ ਵਪਾਰ ਹਜੇ ਵੀ ਨੁਕਸਾਨ ਦੇ ਵਿੱਚ ਹੀ ਨੇ ਤੇ ਉਹਨਾਂ ਨੂੰ ਦੁਬਾਰਾ ਤੋਂ ਜੋ ਬਿਜ਼ਨਸ ਲੀਹ ਦੇ ਉੱਤੇ ਆ ਰਹੇ ਨੇ ਉਸ ਦੇ ਕਰਕੇ ਜ਼ਿਆਦਾ ਫਾਇਦਾ ਨਹੀਂ ਹੋ ਸਕਿਆ, ਜਿਸ ਕਰਕੇ ਉਹਨਾਂ ਨੂੰ ਇਸ ਸਮੇਂ ਵੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਦਦ ਦੀ ਹੋਰ ਜ਼ਿਆਦਾ ਹਜੇ ਲੋੜ ਹੈ। ਇਸ ਦੇ ਨਾਲ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਜੋ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਇੱਕ ਥਾਂ ਦੇ ਉੱਤੇ ਮੌਜੂਦ ਹੈ, ਜਿਸ ਦੇ ਵੱਲੋਂ ਆਪਣੇ ਕੈਮਰੇ ਦੀ ਫੁਟੇਜ ਸਾਂਝੀ ਕੀਤੀ ਗਈ ਹੈ ਕਿ ਅੱਗੇ ਸਟਾਪ ਸਾਈਨ ਦੇ ਉੱਤੇ ਇੱਕ ਗੱਡੀ ਆਉਂਦੀ ਹੈ ਤੇ ਸਟਾਪ ਸਾਈਨ ਦੇ ਉੱਤੇ ਉਸਦੇ ਵੱਲੋਂ ਰੁਕਿਆ ਨਹੀਂ ਜਾਂਦਾ, ਉਹ ਲੰਘ ਜਾਂਦੀ ਹੈ ਤਾਂ ਫਿਰ ਪੁਲਿਸ ਅਧਿਕਾਰੀ ਉਸ ਦੇ ਪਿੱਛੇ ਚਲਿਆ ਜਾਂਦਾ ਹੈ। ਦਰਅਸਲ ਸਾਰੇ ਹੀ ਕੈਨੇਡਾ ਵਾਸੀਆਂ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਸਾਂਝੀਆਂ ਕਰਕੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿੱਥੇ ਵੀ ਤੁਸੀਂ ਸਟਾਪ ਸਾਈਨ ਦੇਖਦੇ ਹੋ, ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਸੜਕ ਦੇ ਉੱਤੇ ਕੋਈ ਹੋਰ ਗੱਡੀ ਮੌਜੂਦ ਵੀ ਨਹੀਂ ਹੈ, ਫਿਰ ਵੀ ਉਹਨਾਂ ਦਾ ਕਹਿਣਾ ਹੈ ਕਿ ਸਟਾਪ ਦਾ ਮਤਲਬ ਰੁਕਣਾ ਹੀ ਹੁੰਦਾ ਤੇ ਰੁਕਿਆ ਜ਼ਰੂਰ ਜਾਵੇ, ਫਿਰ ਬੇਸ਼ੱਕ ਸੜਕ ਦੇ ਉੱਤੇ ਕੋਈ ਹੋਰ ਗੱਡੀ ਮੌਜੂਦ ਹੋਵੇ ਜਾਂ ਨਹੀਂ। ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਜਿਹੀਆਂ ਥਾਵਾਂ ਦੇ ਉੱਤੇ ਕਈ ਵਾਰ ਬੱਚੇ ਸਾਈਕਲ ਚਲਾਉਂਦੇ ਹੋ ਸਕਦੇ ਨੇ ਜਾਂ ਫਿਰ ਕੋਈ ਇੱਕਦਮ ਤੁਰ ਕੇ ਆ ਸਕਦਾ ਹੈ, ਖਤਰਾ ਲੋਕਾਂ ਦੇ ਵਾਸਤੇ ਹੋ ਸਕਦਾ ਹੈ, ਤੇ ਤਾਂ ਹੀ ਉਹਨਾਂ ਥਾਵਾਂ ਦੇ ਉੱਤੇ ਅਜਿਹੇ ਸਿਗਨਲ ਲੱਗੇ ਹੁੰਦੇ ਨੇ ਕਿ ਉੱਥੇ ਇੱਕ ਵਾਰ ਰੁਕਿਆ ਜ਼ਰੂਰ ਜਾਵੇ। ਜਿੱਥੇ ਕਿਸੇ ਹੋਰ ਗੱਡੀ ਦੇ ਲੰਘਣ ਦੀ ਥਾਂ ਵੀ ਬਣੀ ਹੋਈ ਹੈ ਤਾਂ ਉੱਥੇ ਇੱਕ ਵਾਰ ਰੁਕ ਕੇ ਕੁਝ ਸਕਿੰਟ ਤੱਕ ਤੇ ਫਿਰ ਉਸ ਤੋਂ ਬਾਅਦ ਉੱਥੇ ਤੋਂ ਗੱਡੀ ਕੱਢੀ ਜਾਵੇ, ਨਹੀਂ ਤਾਂ ਇਸ ਦੇ ਉੱਤੇ ਮੋਟਾ ਫਾਈਨ ਵੀ ਹੋ ਜਾਂਦਾ ਹੈ ਤੇ ਇਸ ਦੇ ਨਾਲ ਹੀ ਆਮ ਲੋਕਾਂ ਦਾ ਨੁਕਸਾਨ ਵੀ ਇਸ ਦੇ ਉੱਤੇ ਹੋ ਸਕਦਾ ਹੈ। ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ। ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਜਿਵੇਂ ਕਿ ਕਿਊਬੈਕ ਦੇ ਵਿੱਚ ਜਿਨ੍ਹਾਂ ਇੰਟਰਨੈਸ਼ਨਲ ਸਟੂਡੈਂਟਸ ਨੇ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਸੀ ਸਟੱਡੀ ਪਰਮਿਟ ਦੇ ਵਾਸਤੇ ਤੇ ਅੱਗੇ ਹੋਰ ਪ੍ਰਕਿਰਿਆ ਦੇ ਲਈ ਜਿਨ੍ਹਾਂ ਨੇ ਉੱਥੇ ਪੜ੍ਹਨ ਆਉਣਾ ਹੈ, ਤਾਂ ਉਹਨਾਂ ਦੇ ਵਾਸਤੇ ਤਾਜ਼ਾ ਜਾਣਕਾਰੀ ਜਾਰੀ ਕੀਤੀ ਗਈ ਹੈ। ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਜਾਣਕਾਰੀ ਜਾਰੀ ਕੀਤੀ ਹੈ ਕਿ ਜਿਨ੍ਹਾਂ ਨੇ ਆਪਣੀਆਂ ਕੰਪਲੀਟ ਯਾਨੀ ਕਿ ਪੂਰੀਆਂ ਫਾਈਲਾਂ ਲਗਾਈਆਂ ਹੋਈਆਂ ਨੇ ਉਹਨਾਂ ਦੀਆਂ ਫਾਈਲਾਂ ਦੇ ਉੱਤੇ ਕੰਮ ਇਸ ਸਮੇਂ ਸ਼ੁਰੂ ਹੋ ਗਿਆ ਹੈ। ਜਿਵੇਂ ਕਿ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਭਾਰਤ ਵਿੱਚ, ਉਹਨਾਂ ਨੇ ਇਸ ਸਮੇਂ ਵੱਖੋ ਵੱਖਰੇ ਭਾਗਾਂ ਵਿੱਚ ਵੰਡ ਕੇ
ਕੰਮ ਸ਼ੁਰੂ ਕੀਤਾ ਹੈ ਤੇ ਜਿਹੜੇ ਵਿਭਾਗ ਦੇ ਉੱਤੇ ਕੰਮ ਸ਼ੁਰੂ ਕੀਤਾ ਜਾਂਦਾ ਉਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਪਹਿਲਾਂ ਬਾਇਓਮੈਟ੍ਰਿਕ ਸਰਵਿਸ ਖੋਲੀ ਗਈ, ਫਿਰ ਮੈਡੀਕਲ ਦੇ ਬਾਰੇ ਐਲਾਨ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਪਾਸਪੋਰਟ ਜਮ੍ਹਾਂ ਕਰਵਾਉਣ ਨੂੰ ਲੈ ਕੇ ਐਲਾਨ ਕੀਤਾ ਗਿਆ। ਸਰਵਿਸ ਸਾਰਿਆਂ ਦੇ ਲਈ ਖੋਲੀ ਗਈ ਤੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਜਿਹੜਿਆਂ ਨੇ ਕਿਊਬੈਕ ਦੇ ਵਿੱਚ ਪੜ੍ਹਾਈ ਦੇ ਵਾਸਤੇ ਫਾਈਲਾਂ ਲਾਈਆਂ ਹੋਈਆਂ ਨੇ, ਜਿਨ੍ਹਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਲੰਮੇ ਸਮੇਂ ਤੋਂ ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਆ ਰਿਹਾ। ਸ਼ਾਇਦ ਇਸੇ ਕਰਕੇ ਖਾਸ ਤੌਰ ਦੇ ਉੱਤੇ ਉਹਨਾਂ ਦਾ ਹੀ ਜ਼ਿਕਰ ਕਰਦੇ ਹੋਏ ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਸਮੇਂ ਉਹਨਾਂ ਦੇ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ। ਜਿਹੜੇ ਵਿਦਿਆਰਥੀਆਂ ਨੇ ਫਾਈਲਾਂ ਲਾਈਆਂ ਹੋਈਆਂ ਨੇ, ਜੇਕਰ ਉਹਨਾਂ ਨੂੰ ਕੋਈ ਹੋਰ ਡਾਕੂਮੈਂਟ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤਾਂ ਉਸ ਨੂੰ ਪੁੱਛਣ ਦੇ ਵਾਸਤੇ। ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪ੍ਰਕਿਰਿਆ ਇਸ ਸਮੇਂ ਸ਼ੁਰੂ ਹੋ ਗਈ ਹੈ, ਜਿਸ ਦੇ ਬਾਰੇ ਜਵਾਬ ਵੀ ਛੇਤੀ ਹੀ ਮਿਲ ਸਕਦੇ ਨੇ। ਅਗਲੀ ਖਬਰ ਹੈ ਕਿ 2 ਦਿਨ ਪੂਰੇ ਹੋਏ ਨੇ ਹਜੇ ਕਿ 5 ਸਾਲ ਦਾ ਸਮਾਂ ਹੋ ਗਿਆ ਕੈਨੇਡਾ ਸਰਕਾਰ ਨੇ ਜੋ ਬੱਚਿਆਂ ਦੇ ਵਾਸਤੇ ਬੈਨੀਫਿਟ ਸ਼ੁਰੂ ਕੀਤਾ ਸੀ, ਜਿਸ ਦੇ ਰਾਹੀਂ ਲੱਖਾਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਮਦਦ ਦਿੱਤੀ ਗਈ। ਹਰ ਮਹੀਨੇ ਵਿੱਤੀ ਮਦਦ ਜੋ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ, ਉਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੋ ਇਹ ਪ੍ਰੋਗਰਾਮ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਕਾਫੀ ਕਾਮਯਾਬ ਰਿਹਾ ਹੈ, ਜਿਸ ਦੀ ਕਾਮਯਾਬੀ ਦਾ ਜਸ਼ਨ ਮਨਾਉਂਦੇ ਹੋਏ ਜਿੱਥੇ ਇੱਕ ਪਾਸੇ ਉਹਨਾਂ ਨੇ ਸੰਦੇਸ਼ ਜਾਰੀ ਕੀਤਾ ਤਾਂ ਨਾਲ ਹੀ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਇਸ ਪ੍ਰੋਗਰਾਮ ਦੇ ਨਾਲ ਵੱਡੀ ਗਿਣਤੀ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ। Today marks 5 years since our government introduced the Canada Child Benefit, which gives more money to families who need it the most. Since its implementation in 2016, the CCB has made life easier and more affordable for mums and dads across the country. This tax-free support has helped families pay for things like food, clothes, and activities for kids. But this program is about more than just putting hundreds of dollars into people's pockets each month. It's about building a country that is a fairer and more equal place to live. In the 5 years that it's been in place, the CCB has helped lift nearly 435,000 kids out of poverty. And for some parents, this benefit means not having to choose between paying bills or putting food on the table. That's what the CCB is all about. And as we work together towards recovery, we will continue to be there for families to make sure that their kids have the very best start in life. ਜਿਵੇਂ ਕਿ ਕੈਨੇਡਾ ਦੇ ਵੱਲੋਂ ਇਸ ਸਮੇਂ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ, ਫਿਰ ਬੇਸ਼ੱਕ ਉਹ ਟਰੈਵਲ ਨੂੰ ਲੈ ਕੇ ਹਦਾਇਤਾਂ ਹੋਣ ਜਾਂ ਫਿਰ ਕੈਨੇਡਾ ਦੇ ਵਿੱਚ ਹੀ ਕੋਈ ਹੋਰ ਹਦਾਇਤਾਂ ਹੋਣ, ਉਹਨਾਂ ਨੂੰ ਲੈ ਕੇ ਵੱਖ-ਵੱਖਰੇ ਸੂਬੇ ਵੀ ਐਲਾਨ ਕਰ ਰਹੇ ਨੇ ਤੇ ਕੈਨੇਡਾ ਸਰਕਾਰ ਵੀ ਐਲਾਨ ਕਰ ਰਹੀ ਹੈ। ਪਰ ਇਸ ਸਮੇਂ ਜਿਵੇਂ ਕਿ ਇੱਕ ਹੋਰ ਮਹੀਨੇ ਵਾਸਤੇ ਭਾਰਤ ਦੇ ਲਈ ਫਲਾਈਟਾਂ ਜਿਹੜੀਆਂ ਸਿੱਧੀਆਂ ਕੈਨੇਡਾ ਆਉਂਦੀਆਂ ਤੇ ਜਾਂਦੀਆਂ ਸਨ, ਬੈਨ ਲਗਾ ਦਿੱਤਾ ਗਿਆ। 21 ਅਗਸਤ ਤੱਕ ਇਹ ਬੈਨ ਲਗਾਇਆ ਗਿਆ ਤਾਂ ਉਸ ਤੋਂ ਬਾਅਦ ਭਾਰਤ ਵਿੱਚ ਜਿਹੜੇ ਕੈਨੇਡਾ ਵਾਸੀ ਮੌਜੂਦ ਨੇ ਉਹਨਾਂ ਦੇ ਵੱਲੋਂ ਨਾਰਾਜ਼ਗੀ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ, ਕਿਉਂਕਿ ਬੇਸ਼ੱਕ ਤੀਜੇ ਦੇਸ਼ ਦੇ ਰਾਹੀਂ ਹੋ ਕੇ ਵੀ ਕੈਨੇਡਾ ਵਿੱਚ ਇਸ ਸਮੇਂ ਆਇਆ ਜਾ ਸਕਦਾ, ਪਰ ਹਜੇ ਵੀ ਕਈ ਕੈਨੇਡਾ ਵਾਸੀ ਅਜਿਹੇ ਨੇ ਜਿਹੜੇ ਭਾਰਤ ਵਿੱਚ ਮੌਜੂਦ ਨੇ ਤੇ ਉਹ ਤੀਜੇ ਦੇਸ਼ ਦੇ ਰਾਹੀਂ ਹੋ ਕੇ ਨਹੀਂ ਆਉਣਾ ਚਾਹੁੰਦੇ, ਕਿਉਂਕਿ ਕਈ ਵੱਡੇ ਪਰਿਵਾਰ ਮੌਜੂਦ ਨੇ ਬੱਚਿਆਂ ਦੇ ਸਮੇਤ ਤੇ ਜੇਕਰ ਉਹ ਤੀਜੇ ਦੇਸ਼ ਦੇ ਰਾਹੀਂ ਹੋ ਕੇ ਆਉਣਗੇ ਤਾਂ PCR ਟੈਸਟ ਜੋ ਉਹਨਾਂ ਨੂੰ ਤੀਜੇ ਦੇਸ਼ ਵਿੱਚ ਕਰਵਾਉਣਾ ਪਵੇਗਾ, ਉਸ ਕਰਕੇ 3 ਦਿਨ ਉੱਥੇ ਉਡੀਕ ਕਰਨੀ ਪਵੇਗੀ, ਜਿਸ ਕਰਕੇ ਉੱਥੇ ਰਹਿਣਾ ਨਹੀਂ ਚਾਹੁੰਦੇ ਤੇ ਉਹ ਉਡੀਕ ਕਰ ਰਹੇ ਨੇ ਲਗਾਤਾਰ ਕਿ ਕਦੋਂ ਸਿੱਧੀਆਂ ਫਲਾਈਟਾਂ ਖੁੱਲਣ ਤਾਂ ਕਿ ਉਹ ਸਿੱਧੇ ਕੈਨੇਡਾ ਆ ਸਕਣ, ਉਹਨਾਂ ਨੂੰ ਕਿਤੇ ਹੋਰ ਪਹਿਲਾਂ ਰੁਕਣਾ ਨਾ ਪਵੇ। ਤੇ ਕੁਝ ਇਸੇ ਤਰ੍ਹਾਂ ਚੁਣੌਤੀਆਂ ਦਾ ਸਾਹਮਣਾ ਉਹ ਕਰ ਰਹੇ ਨੇ, ਜਿਸ ਨੂੰ ਲੈ ਕੇ ਸ਼ਿਕਾਇਤਾਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਨਾਰਾਜ਼ਗੀ ਦਾ ਪ੍ਰਗਟਾਵਾ ਸਰਕਾਰ ਦੇ ਪ੍ਰਤੀ ਕੀਤਾ ਗਿਆ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਕੈਨੇਡਾ ਦੇ ਨਾਗਰਿਕ ਵੀ ਨੇ ਜਿਹੜੇ ਕਿ ਭਾਰਤ ਵਿੱਚ ਇਸ ਸਮੇਂ ਮੌਜੂਦ ਨੇ ਤੇ ਉਹ ਫਲਾਈਟਾਂ ਬੰਦ ਹੋਣ ਕਰਕੇ ਆ ਨਹੀਂ ਪਾ ਰਹੇ, ਜਿਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਨੇ ਆਪਣੇ ਨਾਗਰਿਕਾਂ ਦੇ ਬਾਰੇ ਵੀ ਨਹੀਂ ਸੋਚਿਆ ਜਦੋਂ ਇਹ ਐਲਾਨ ਕੀਤਾ ਗਿਆ, ਕਿਉਂਕਿ ਇਹ ਐਲਾਨ ਵੀ ਇੱਕਦਮ ਕੀਤਾ ਗਿਆ ਸੀ, ਜਿਸ ਦੇ ਲਈ ਜ਼ਿਆਦਾ ਸਮਾਂ ਵੀ ਨਹੀਂ ਸੀ ਦਿੱਤਾ ਗਿਆ ਕਿ ਲੋਕ ਇੱਕਦਮ ਕੈਨੇਡਾ ਵਾਪਸ ਆ ਸਕਦੇ, ਜਿਸ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਇੰਨੇ ਮਹੀਨੇ ਤੋਂ ਭਾਰਤ ਵਿੱਚ ਉਹ ਬੈਠੇ ਨੇ, ਕਈਆਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕੈਨੇਡਾ ਵਿੱਚ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸ਼ਿਕਾਇਤਾਂ ਵੀ ਕੀਤੀਆਂ ਨੇ। ਤਾਂ ਉਧਰ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜਦੋਂ ਤੱਕ ਉਹਨਾਂ ਨੂੰ ਕੈਨੇਡਾ ਵਾਸੀਆਂ ਦੇ ਵਾਸਤੇ ਸੁਰੱਖਿਅਤ ਨਹੀਂ ਲੱਗਦਾ, ਉਦੋਂ ਤੱਕ ਇਸ ਬੈਨ ਨੂੰ ਉਹ ਨਹੀਂ ਹਟਾ ਸਕਦੇ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਡਰਾਅ ਕੱਢਿਆ, ਜਿਸ ਤਹਿਤ ਇਨਵੀਟੇਸ਼ਨ ਭੇਜੇ ਗਏ ਨੇ। CC ਕਲਾਸ ਦੇ ਤਹਿਤ ਹੀ ਜਿਹੜਾ ਇਹ ਡਰਾਅ ਹੈ ਤਾਜ਼ਾ ਕੱਢਿਆ ਗਿਆ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜੁਲਾਈ 22 ਦੇ ਦਿਨ ਤਾਜ਼ਾ ਡਰਾਅ ਕੱਢਿਆ, ਜਿਸ ਦੇ ਵਿੱਚ ਐਕਸਪ੍ਰੈਸ ਐਂਟਰੀ ਤਹਿਤ 4500 ਜਣਿਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ, ਜਿਸ ਦੇ ਵਿੱਚ
ਘੱਟੋ ਘੱਟ ਸਕੋਰ ਹੈ ਜੋ CRS ਸਕੋਰ 357 ਤੱਕ ਗਿਆ ਹੈ। ਇਸ ਦੌਰਾਨ ਜਿਹੜਾ ਇਹ ਤਾਜ਼ਾ ਡਰਾਅ ਕੱਢਿਆ ਇਹ ਵੀ ਉਹਨਾਂ ਦੇ ਵਾਸਤੇ ਕੱਢਿਆ ਗਿਆ ਜਿਨ੍ਹਾਂ ਨੇ CEC ਕਲਾਸ ਦੇ ਅਧੀਨ ਫਾਈਲਾਂ ਲਾਈਆਂ, ਯਾਨੀ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅਧੀਨ ਫਾਈਲਾਂ ਲਾਈਆਂ, ਜਿਨ੍ਹਾਂ ਨੂੰ ਕੈਨੇਡਾ ਵਿੱਚ ਘੱਟੋ ਘੱਟ 1 ਸਾਲ ਦਾ ਕੰਮ ਕਰਨ ਦਾ ਅਨੁਭਵ ਤੇ ਹੋਰ ਯੋਗਤਾ ਨੂੰ ਪੂਰਾ ਕਰਦੇ ਸੀ, ਜਿਨ੍ਹਾਂ ਦੇ ਵਾਸਤੇ ਇਹ ਡਰਾਅ ਕੱਢਿਆ ਗਿਆ ਹੈ। ਕਾਫੀ ਘੱਟ ਸਕੋਰ ਹੈ ਜੋ ਇਸ ਵਾਰ ਇਹ ਕੱਢਿਆ ਗਿਆ ਕਿਉਂਕਿ ਜਦੋਂ ਪਿਛਲੀ ਵਾਰ ਡਰਾਅ ਕੱਢਿਆ ਸੀ ਉਸ ਦੇ ਵਿੱਚ 369 ਤੱਕ CRS ਸਕੋਰ ਗਿਆ ਸੀ ਤੇ ਇਸ ਵਾਰ 357 ਤੱਕ ਪਹੁੰਚ ਗਿਆ। ਇਸ ਸਾਲ ਵਿੱਚ ਸਭ ਤੋਂ ਘੱਟ ਸਕੋਰ 75 ਤੱਕ ਗਿਆ ਸੀ ਜਦੋਂ ਫਰਵਰੀ 13 ਦੇ ਦਿਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਤਿਹਾਸਕ ਡਰਾਅ ਕੱਢਿਆ ਗਿਆ ਸੀ, ਜਿਸ ਦੇ ਵਿੱਚ 27,000 ਤੋਂ ਵੱਧ ਜਣਿਆਂ ਨੂੰ PR ਦੇ ਵਾਸਤੇ ਇਨਵੀਟੇਸ਼ਨ ਭੇਜੇ ਗਏ ਸਨ। ਜਿਵੇਂ ਕਿ ਇਸ ਸਮੇਂ ਵੱਖੋ ਵੱਖਰੇ ਪੜਾਅ ਨੇ ਜਿਨ੍ਹਾਂ ਤਹਿਤ ਹਦਾਇਤਾਂ ਹਟਾਈਆਂ ਜਾ ਰਹੀਆਂ ਨੇ, ਪਰ ਫਿਲਹਾਲ ਇਸ ਸਮੇਂ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ PR ਦੇ ਵਾਸਤੇ ਇਨਵੀਟੇਸ਼ਨ ਭੇਜੇ ਜਾ ਰਹੇ ਨੇ ਉਹ ਹੁਣ ਤੱਕ ਸਿਰਫ ਉਹਨਾਂ ਨੂੰ ਭੇਜੇ ਗਏ ਨੇ ਜਿਹੜੇ ਕਿ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਨੇ, ਜਿਸ ਦੇ ਵਿੱਚ 2 ਪ੍ਰਕਾਰ ਦੇ ਡਰਾਅ ਹੀ ਕੱਢੇ ਜਾ ਰਹੇ ਨੇ। ਇੱਕ PNP ਜਿਨ੍ਹਾਂ ਦੀ ਅਪਰੂਵ ਹੈ ਉਹਨਾਂ ਦੇ ਵਾਸਤੇ ਤੇ ਦੂਜਾ ਜਿਨ੍ਹਾਂ ਨੂੰ ਕੈਨੇਡਾ ਵਿੱਚ ਕੰਮ ਕਰਨ ਦਾ ਅਨੁਭਵ ਹੈ, ਜਿਨ੍ਹਾਂ ਨੇ CEC ਕਲਾਸ ਦੇ ਅਧੀਨ ਫਾਈਲਾਂ ਲਾਈਆਂ ਹੋਈਆਂ ਨੇ। ਹੁਣ ਰੁੱਖ ਅਗਲੀ ਖਬਰ ਦੇ ਵੱਲ ਕਰਾਂਗੇ। ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੂੰ ਸਵਾਲ ਪੁੱਛਿਆ ਗਿਆ ਉਸੇ ਮਾਮਲੇ ਦੇ ਆਧਾਰ ਦੇ ਉੱਤੇ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਪੁੱਛਿਆ ਗਿਆ ਸੀ ਕਿ ਬੇਅੰਤ ਕੌਰ ਤੇ ਲਵਪ੍ਰੀਤ ਸਿੰਘ ਦੇ ਮਾਮਲੇ ਦੇ ਬਾਰੇ ਉਦਾਹਰਣ ਦਿੰਦੇ ਹੋਏ ਕਿ ਇੱਕ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਵੀ ਕੀਤੀ ਗਈ ਹੈ ਕਿ ਵਿਆਹ ਕਰਵਾ ਕੇ ਕੁਝ ਇਸ ਤਰ੍ਹਾਂ ਲੋਕ ਕੈਨੇਡਾ ਆਉਣ ਦੇ ਵਾਸਤੇ ਤਰੀਕੇ ਅਪਣਾਉਂਦੇ ਨੇ, ਜਿਸ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਵੱਲੋਂ ਇਸ ਬਾਰੇ ਜਵਾਬ ਦਿੱਤਾ ਗਿਆ, ਜਿਨ੍ਹਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਜਿਹੜੀਆਂ ਫਾਈਲਾਂ ਦੀ ਪ੍ਰਕਿਰਿਆ ਹੈ ਉਹ ਲੰਮੀ ਚੱਲ ਰਹੀ ਹੈ ਤੇ ਨਾਲ ਹੀ ਉਹ ਸਮਝਦੇ ਨੇ ਕਿ ਮਹਾਮਾਰੀ ਦੇ ਦੌਰਾਨ ਪਰੇਸ਼ਾਨੀ ਵੀ ਕਾਫੀ ਹੋਈ ਹੈ ਤੇ ਕਈਆਂ ਦੀ ਜਾਨ ਵੀ ਗਈ ਹੈ। ਤਾਂ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਸਮੇਂ ਸਬਰ ਕਰਨਾ ਚਾਹੀਦਾ ਹੈ। ਜੋ ਪ੍ਰਕਿਰਿਆ ਹੈ ਫਾਈਲਾਂ ਦੀ ਉਹ ਲਗਾਤਾਰ ਚੱਲ ਰਹੀ ਹੈ, ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਜਿਨ੍ਹਾਂ ਦੇ ਵੱਲੋਂ ਫਰਾਡ ਕੀਤੇ ਜਾਂਦੇ ਨੇ ਉਸ ਸੰਬੰਧੀ ਕਈ ਤਰ੍ਹਾਂ ਦੇ ਕਦਮ ਨੇ ਉਹ ਚੁੱਕੇ ਵੀ ਗਏ ਨੇ ਤੇ ਚੁੱਕੇ ਵੀ ਜਾ ਰਹੇ ਨੇ। Well, the first thing I would say is obviously we express sympathy to, as I said, any family that has been impacted, and particularly those who've lost loved ones during the pandemic. And I just want to tell you, as a minister, there's a lot of volume in this file, and it's because people want to come to Canada, and I appreciate that, but not a single one of these cases that comes across my desk doesn't impact me, and I feel it profoundly and personally, as I know the members of our caucus do. And my commitment is to continue to work with not only the MPs here, but all MPs. I mean, I often sort of kid that I've made 337 new friends in the House of Commons, and we do work with MPs from all political stripes because this isn't a partisan issue. We do care about providing corridors and support, but I will say that going forward, we will continue to find ways to do the important work of family reunification. ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪ੍ਰਨੀਤ ਕੌਰ ਨੂੰ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ।